विद्यार्थियों, पंजाबी यूनिवर्सिटी पटियाला के कोर्स सिलेबस ਲਈ निर्धारित ਕੀਤੇ नावल रोही बियाबान का पाठ आडियो रूप ਵਿੱਚ पेश किया जा रहा है। ਇਹ नावल करमजीत कुस्सा ਦਾ ਲਿਖਿਆ ਹੋਇਆ ਹੈ ਅਤੇ ਲਾਹੌਰ ਬੁੱਕ ਸ਼ਾਪ ਲੁਧਿਆਣਾ ਵੱਲੋਂ ਛਾਪਿਆ ਗਿਆ ਹੈ। ਨਾਵਲ ਵਿਚਲੀ ਇਤਰਾਜ਼ਯੋਗ ਸ਼ਬਦਾਵਲੀ ਨੂੰ ਅਦਰਵਾਈਜ਼ ਨਾ ਲਿਆ ਜਾਵੇ, ਕਿਉਂਕਿ ਕਈ ਵਾਰ ਨਾਵਲਕਾਰ ਪਾਤਰਾਂ ਦੀ ਅਤੇ ਆਪਣੇ ਭਾਵਾਂ ਦੀ ਯਥਾਰਥਕ ਪੇਸ਼ਕਾਰੀ ਲਈ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰ ਲੈਂਦੇ ਹਨ ਤਾਂ ਕਿ ਨਾਵਲ ਦੇ ਥੀਮ ਦਾ ਵੇਗ ਬਣਿਆ ਰਹੇ। ਇਸ ਆਡੀਓ ਦਾ ਮਕਸਦ ਸ਼ੇਅਰ, ਲਾਈਕ ਜਾਂ ਕਮੈਂਟ ਵਧਾਉਣਾ ਨਹੀਂ, ਸਗੋਂ ਇਹ ਵਿਦਿਆਰਥੀਆਂ ਲਈ ਲੋੜੀਂਦੀ ਸਹਾਇਕ ਸਮੱਗਰੀ ਵਜੋਂ ਬਣਾਈ ਗਈ ਹੈ। ਪੜ੍ਹੋ ਅਤੇ ਪੜ੍ਹਾਓ। ਕਾਂਡ ਪਹਿਲਾ। ਚੌਂਤੇ ਵਿੱਚ ਬੈਠਿਆਂ ਹੀ ਉਹਨੇ ਆਲੇ ਦੁਆਲੇ ਖਿਲਰੇ ਖੱਪਰੇ ਜੂਠੇ ਭਾਂਡਿਆਂ ਨੂੰ ਪੋਲੇ ਜਿਹੇ ਹੱਥਾਂ ਨਾਲ ਆਪਣੇ ਨੇੜੇ ਖਿੱਚਣ ਦਾ ਯਤਨ ਕੀਤਾ। ਬਿੰਦੇ ਚੱਟੇ ਬੀਹੀ ਵਾਲੇ ਬਾਰ ਵੱਲ ਵੇਂਦੀ ਮੂੰਹ ਵਿੱਚ ਤਿੜਕੇ ਭਾਂਡੇ ਵਾਂਗ ਬੁੜ-ਬੁੜ ਕਰਦੀ ਪਤੀਲਾ ਮਾਂਜਣ ਲੱਗ ਪਈ। ਉਦੋਂ ਹੀ ਮੰਜੀ ਉੱਤੇ ਸੁੱਤੀ ਪਈ ਨਿੱਕੀ ਕੁੜੀ ਨੇ ਟਿਆਂਕਣਾ ਸ਼ੁਰੂ ਕਰ ਦਿੱਤਾ। ਲੱਤਾਂ ਬਾਹਾਂ ਮਾਰ-ਮਾਰ ਉਸ ਉੱਤੇ ਲਈ ਮਲਮਲ ਦੀ ਮੈਲੀ ਚਾਦਰ ਲਾ ਦਿੱਤੀ। ਨੀ ਕੀ ਸੱਪ ਲੜਦਾ ਤੇਰੇ ਕੁੱਤੀਏ? ਪਤੀਲਾ ਥਾਂ ਛੱਡ ਕੇ ਬੋਝਲ ਸਰੀਰ ਨੂੰ ਥਲਕਾਉਂਦਿਆਂ ਅਤੇ ਧਾ ਕੇ ਮੰਜੀ ਵੱਲ ਆਉਂਦਿਆਂ ਚਿਲਕਵੀਂ ਆਵਾਜ਼ 'ਚ ਆਖਿਆ। ਕੁੜੀ ਪਹਿਲਾਂ ਨਾਲੋਂ ਉੱਚੀ ਡਾਂਡਾ ਮਾਰਨ ਲੱਗ ਪਈ ਸੀ। ਇਹਨੇ ਕੁੱਤੇ ਸ਼ੋਰ ਨੇ ਕੀ ਲਹੂ ਪੀਤਾ ਹੈ? ਤਪੇ ਹੋਏ ਸ਼ਬਦ ਬੋਲਦਿਆਂ ਉਹ ਕੁੜੀ ਚੁੱਕ ਲਈ। ਉਦੋਂ ਹੀ ਕੁੜੀ ਨੇ ਲੇਰ ਮਾਰੀ। ਛੇਤੀ ਦੇ ਕੇ ਕੁੜੀ ਨੂੰ ਦੂਸਰੇ ਮੋਢੇ ਲਾਉਂਦਿਆਂ ਬਾਹਰਲੇ ਬਾਰ ਵੱਲ ਤੁਰਦਿਆਂ ਮੱਚਦੇ ਬੋਲ ਨਾਲ ਕਿਹਾ, ਗੰਦੀ ਔਲਾਦ ਵੀ ਨਾ ਜੰਮੇ ਕਿਸੇ ਦੇ। ਭਰਮਾ ਪਿੱਟੀ, ਬਿੰਦ ਕਿਹੜਾ ਅੱਖ ਲਾਉਂਦੀ ਐ ਬਈ? ਲਾਉਂਦੀ ਹੋਵੇ। ਚੁੱਲ੍ਹੇ ਕੋਲ ਖਿਲਰੇ ਪਏ ਭਾਂਡੇ ਤੇ ਵਿਹੜੇ 'ਚ ਸਵੇਰ ਦਾ ਸਿੱਟਣੋਂ ਰਹਿੰਦਾ ਗੋਹੇ ਦਾ ਟੋਕਰਾ ਵੇਖ ਕੇ ਉਹਨੂੰ ਹੋਰ ਚੀਹ ਚੜ੍ਹ ਗਈ। 4-5 ਕੌੜੀਆਂ ਕਸੈਲੀਆਂ ਅੰਦਰੋਂ ਹੋਰ ਨਿਕਲ ਗਈਆਂ। ਬੀਹੀ ਵਿੱਚ ਖੜੋ ਕੇ ਜਦੋਂ ਉਹ ਬੀਹੀ ਦੇ ਦੋਹੀਂ ਪਾਸੇ ਨਿਗਾਹ ਮਾਰੀ, ਛਿਪਦੀ ਵੰਨਿਓ ਸਾਹਮਣੇ ਘਰ ਵਾਲਾ ਮਲਾਗਰ ਸਿਉਂ ਆਉਂਦਾ ਦੇਖ ਕੇ ਉਸ ਛੇਤੀ ਦੇ ਕੇ ਮਗਰ ਨੂੰ ਢਿਲਕਦੀ ਜਾਂਦੀ ਚੁੰਨੀ ਖਿੱਚ ਕੇ ਮੂੰਹ ਉੱਤੇ ਕਰ ਲਈ। ਸਰਦਾਰ ਨੀਵੀਂ ਪਾਈ ਲੰਘ ਗਿਆ। ਥੰਮਣ ਕੇ ਬਾਰ ਮੂਹਰੇ ਨਿਆਣੇ ਝੁੰਬੜ ਮਾਰੀ ਖੇਡ ਰਹੇ ਸਨ। ਵੇ ਗੋਰਿਆ ਵੇ! ਜਦੋਂ ਉਸ ਉੱਚਾ ਬੋਲ ਕੱਢ ਕੇ ਚਿਲਕਵੀਂ ਆਵਾਜ਼ ਮਾਰੀ, ਖੇਡਦੇ ਨਿਆਣਿਆਂ ਨੇ ਕੰਨ ਚੁੱਕ ਲਏ। ਆ ਇੱਧਰ! ਗੋਰੇ ਨੇ ਅੱਗੋਂ ਮੋਢੇ ਉਤਾਂ ਚੜ੍ਹਾਏ, ਅੱਖਾਂ ਨੂੰ ਹੋਰ ਹੀ ਤਰ੍ਹਾਂ ਨਚਾਇਆ ਤੇ ਮੂੰਹ ਵਿੱਚੋਂ ਚਿੱਟ ਦੀ ਆਵਾਜ਼ ਕੱਢੀ। ਮੈਂ ਕਹਿੰਦੀ ਆ ਭਲੀ ਭੱਤ ਇੱਧਰ ਆ ਕੇ ਕੁੜੀ ਚੱਕ ਲੈ, ਨਹੀਂ ਤਾਂ ਤੇਰੇ ਨਾਲ ਅੱਜ ਉਹ ਹੋਊ ਜਿਹੜੀ ਨਾ ਹੋਣੀ ਹੋਵੇ। ਪਰ ਮੁੰਡੇ ਨੇ ਫੇਰ ਉਸੇ ਤਰ੍ਹਾਂ ਮੋਢੇ ਮਾਰੇ। ਆ ਲੈਣ ਦੇ ਅੱਜ ਤੇਰੇ ਪਤੰਦਰ ਨੂੰ, ਬਣਾਉਂ ਤੇਰਾ ਟੂਹਾ। ਫੇਰ ਤਾਂ ਉਹਦੇ ਮੂਹਰੇ ਕੁਸਕਦਾ ਵੀ ਨਹੀਂ ਹੁੰਦਾ। ਗੋਰੇ ਦੀ ਇੱਕ ਅੱਖ ਆਪਣੀ ਮਾਂ ਵਿੱਚ ਸੀ। ਜੇ ਉਹ ਖੇਡਦੇ ਨਿਆਣਿਆਂ ਕੋਲ ਆਉਂਦੀ ਤਾਂ ਉਸ ਖਿਸਕ ਜਾਣਾ ਸੀ, ਪਰ ਹੁਣ ਉਸ ਕੇ ਸਲਵੱਟ ਛੱਡੀ। ਚੰਗਾ ਨਾ ਆ, ਅੱਜ ਛਡਾਉਣਾ ਮੈਂ ਵੀ ਨਹੀਂ। ਥੋੜੇ ਪੈਰ ਹੋਰ ਮਲੇ, ਇਹ ਸੋਚ ਕੇ ਸ਼ਾਇਦ ਗੋਰਾ ਆ ਕੇ ਕੁੜੀ ਫੜ ਹੀ ਲਵੇਗਾ ਤੇ ਉਹ ਰਹਿੰਦਾ ਕੰਮ ਨਿਬੇੜ ਲਵੇਗੀ। ਉਸ ਨੂੰ ਨਾ ਆਉਂਦਿਆਂ ਦੇਖ ਕੇ ਮਹਿੰਦਰੋਂ ਥੰਮਣ ਕੇ ਬਾਰ ਵੱਲ ਤੁਰ ਪਈ। ਗੋਰਾ ਮੋਢੇ ਚੜਾਉਂਦਾ ਤੇ ਪਿਛਲ ਖੁਰੀ ਛੜੱਪੇ ਜਿਹੇ ਮਾਰਦਾ ਤੇ ਮੂੰਹ ਨਾਲ ਚਿੱਟ ਕਰਦਾ ਸਗੋਂ ਪਰਾਂ ਨੂੰ ਭੱਜ ਤੁਰਿਆ। ਮਹਿੰਦਰੋਂ ਤਪਦੀ ਖਿੱਚਦੀ ਉਸੇ ਤਰ੍ਹਾਂ ਮੁੜ ਆਈ। ਘਰ ਆ ਕੇ ਉਸ ਕੁੜੀ ਨੂੰ ਮੰਜੀ ਉੱਤੇ ਪਾ ਕੇ ਥਾਪੜ ਕੇ ਟਿਕਾਉਣਾ ਚਾਹਿਆ, ਪਰ ਕੁੜੀ ਪੈਣ ਦੀ ਥਾਂ ਕਿਲਕਾਰਾਂ ਮਾਰਦੀ ਬਾਹਾਂ ਚੁੱਕਦੀ ਉਸ ਨੂੰ ਚਿਚੜੀ ਵਾਂਗ ਚਿੰਬੜ ਰਹੀ ਸੀ। ਅੱਕ ਕੇ ਉਸ 2-3 ਧੱਫੇ ਕੁੜੀ ਦੀ ਢੂਈ ਤੇ ਧਰ ਦਿੱਤੇ। ਕੁੜੀ ਪਹਿਲਾਂ ਨਾਲੋਂ ਵੀ ਉੱਚੀ ਚੰਗਿਆੜਾਂ ਮਾਰਨ ਲੱਗ ਪਈ ਤੇ ਮਹਿੰਦਰੋਂ ਨੇ ਉਸੇ ਤਰ੍ਹਾਂ ਫੁੱਟੇ ਭਾਂਡੇ ਵਾਂਗ ਅਬਾ ਤਬਾ ਬੋਲਦਿਆਂ ਇੱਕ ਵਾਰ ਫਿਰ ਬੂਹੇ 'ਚ ਖੜੋ ਕੇ ਸਿਰ ਉਤਲੀ ਚੁੰਨੀ ਸੂਤ ਕਰਦਿਆਂ ਖੇਡਦੇ ਨਿਆਣਿਆਂ ਵੱਲ ਨਿਗਾਹ ਮਾਰੀ। ਉਸ ਦੇ ਮਨ ਵਿੱਚ ਆਈ, ਗੋਰਾ ਇੱਕ ਵਾਰ ਹੱਥ 'ਚ ਆ ਜੇ ਕੇਰਾਂ, ਫੁੱਲ ਬਣਾ ਕੇ ਛੱਡੂੰ ਔਂਤ ਦੇ ਜਾਣੇ ਨੂੰ। ਜਿੱਦਾਂ ਗੋਰਾ ਵਿਚਰ ਜਾਂਦਾ ਸਾਰਾ ਕੰਮ ਥਾਂ ਉਲਝ ਜਾਂਦਾ। ਜੇ ਮਹਿੰਦਰੋਂ ਉਸ ਨੂੰ ਸਕੂਲੋਂ ਆਉਂਦੇ ਨੂੰ ਫੜ ਕੇ ਕੰਮ ਲਾ ਲੈਂਦੀ ਤਾਂ ਉਹ ਬਾਹਰ ਖੇਡਣ ਨਾ ਭੱਜਦਾ, ਪਰ ਨੱਠਦਾ ਉਹ ਕਦੇ-ਕਦੇ ਹੀ ਸੀ। ਸਕੂਲੋਂ ਆ ਕੇ ਦੂਜੇ ਨਿਆਣਿਆਂ ਦੀ ਰੀਸੇ ਉਸਦਾ ਖੇਡਣ ਨੂੰ ਜੀ ਕਰਦਾ। ਸਕੂਲੋਂ ਆਉਣ ਸਾਰ ਗੋਰਾ ਪੱਟੀ ਵਸਦਾ ਮਗਰੋਂ ਥੱਲੇ ਰੱਖਦਾ, ਕੁੜੀ ਉਸ ਦੀ ਢਾਕ ਤੇ ਪਹਿਲਾਂ ਚੜ੍ਹਾ ਦਿੰਦੇ।
ਘੰਟਾ ਡੇਢ ਘੰਟਾ ਉਹਨੂੰ ਕੁੜੀ ਖਿਡਾਉਣੀ ਪੈਂਦੀ, ਪਰ ਨਾ ਵਰਗਿਆਂ ਵਰਗੀ। ਰੀ ਕਰਦਿਆਂ ਕਦੇ ਕੁੜੀ ਥੱਲੇ ਮਿੱਟੀ 'ਚ ਬਿਠਾ ਦਿੰਦਾ। ਜਦੋਂ ਉਸ ਦੀ ਮਾਂ ਤੱਤੀ ਝੰਗਿਆੜ 'ਚ ਆਵਾਜ਼ ਮਾਰਦੀ, ਉਹ ਤਰਬਕ ਕੇ ਕੁੜੀ ਚੁੱਕ ਲੈਂਦਾ। ਕੁੜੀ ਵੀ ਅੱਗ ਦੀ ਲਾਟ ਸੀ, ਕਲਿਹਾਰੀ ਇੰਨੀ ਸੀ, ਜੇ ਰੋਣਾ ਛਿੜ ਪੈਂਦੀ ਹੱਥਾਂ ਵਿੱਚੋਂ ਮੱਛੀ ਵਾਂਗ ਤਿਲਕ ਤਿਲਕ ਪੈਂਦੀ। ਮਹਿੰਦਰੋ ਸੋਚਦੀ, ਮੇਰੀ ਲਾਤ ਤਾਂ ਇਹ ਹੈ ਹੀ ਨਹੀਂ। ਜੇ ਮੇਰੀ ਹੁੰਦੀ ਜਾ ਵੱਡੀ ਇੰਨੀ ਕੀ ਅੱਗ ਉਗਲੱਛਣੀ ਸੀ। ਜਦ ਕਦੇ ਇਹ ਬੱਚੇ ਰਿਹਾੜ ਪੈ ਜਾਂਦੇ, ਉਹ ਕੁੱਟ-ਕੁੱਟ ਉਹਨਾਂ ਨੂੰ ਪਰੇ ਵਗਾਉਂਦੀ, ਪਰ ਉਹ ਉੱਚੀ ਉੱਚੀ ਲੇਰਾਂ ਮਾਰਦੇ, ਉਸ ਦੀ ਸਲਵਾਰ ਨੂੰ ਚਿੰਬੜਦੇ। ਉਦੋਂ ਮਲਾਗਰ ਦੇ ਘਰ ਵਾਲੀ ਕਹਿੰਦੀ, ਨੀ ਬੂਆ, ਤੇਰੇ ਜਵਾਕ ਕਾਹਦੇ ਐ? ਨਿਰੇ ਪਟਮੇਲੀ ਐ। ਨਾ ਨਹੀਂ ਭੈਣੇ, ਇਹੋ ਜਿਹੇ ਜਵਾਕਾਂ ਤੋਂ ਤਾਂ ਰੱਬ ਡਰੇ। ਨਿੱਤ ਵਾਂਗ ਅੱਜ ਵੀ ਉਹ ਤੋਂ ਕਲਾਪੀ ਹੋਣ ਕਰਕੇ ਕੰਮ ਨਿਬੜਿਆ ਨਹੀਂ ਸੀ। ਰੋਜ਼ ਰਾਤ ਨੂੰ ਵੱਡੇ ਤੜਕਿਓਂ ਉੱਠਣ ਦਾ ਮਨ ਬਣਾ ਕੇ ਪੈਂਦੀ, ਪਰ ਚੰਦਰੀ ਕੁੜੀ ਉਹਨੂੰ ਸਾਹ ਨਹੀਂ ਸੀ ਲੈਣ ਦਿੰਦੀ। ਕੁੱਕੜ ਦੀ ਬਾਂਗ ਨਾਲ ਉਹ ਸੁੱਤੀ ਪਈ ਕੁੜੀ ਦੇ ਸਿਰ ਹੇਠੋਂ ਮਲਕ ਦੇਣੇ ਬਾਂਹ ਕੱਢਦੀ। ਬੋਝਲ ਸਰੀਰ ਹੋਣ ਕਾਰਨ ਬਾਣ ਦਾ ਚੌਖੜਾ ਮੰਜਾ ਯਰਕ ਜਾਂਦਾ। ਅਜੇ ਮੰਜੇ ਤੋਂ ਉੱਠ ਕੇ ਪੈਰ ਜੁੱਤੀ ਹੀ ਪਾਈ ਹੁੰਦੀ ਸੀ, ਉਦੋਂ ਹੀ ਭੜਕ ਦੇ ਕੇ ਕੁੜੀ ਦੀ ਅੱਖ ਖੁੱਲ੍ਹ ਜਾਂਦੀ। ਓਨੀ ਪੈਰੀਂ ਭੌਂਕੇ ਕੁੜੀ ਨੂੰ ਥਾਪੜਨ ਆ ਲੱਗਦੀ। ਨੀਂਦ ਨਾਲ ਮਧੋਲੀ ਕੁੜੀ ਟਿਕ ਜਾਂਦੀ। ਚੁੱਲ੍ਹੇ ਦੇ ਆਰ ਲੱਗਿਆਂ ਉਹ ਤੋਂ ਕੋਈ ਖੜਕਾ ਦੜਕਾ ਹੋ ਜਾਂਦਾ। ਕੁੜੀ ਮੰਜੇ ਉੱਤੇ ਉੱਠ ਕੇ ਬਹਿ ਜਾਂਦੀ। ਲੇਰਾਂ ਮਾਰ-ਮਾਰ ਸੁੱਤੇ ਪਏ ਸਾਰੇ ਟੱਬਰ ਅਤੇ ਆਂਢੀ ਗੁਆਂਢੀ ਵੀ ਜਗਾ ਦਿੰਦੀ। ਮਹਿੰਦਰੋ ਚੁੱਲ੍ਹੇ ਵਾਲਾ ਕੰਮ ਥਾਂ ਛੱਡ ਖਿੱਚਦੀ ਖਪਦੀ, ਕੁੱਤੀਏ ਬਿੰਦ ਪੈ ਨਹੀਂ ਹੁੰਦਾ, ਹੁਣੇ ਜਾਗ ਕੇ ਤੂੰ ਜਾਣੀ ਦੀ ਛੋਪ ਕੱਤਣਾ, ਭੈੜੇ ਬੂਥੇ ਵਾਲੀ, ਪੈ ਆਰਾਮ ਨਾਲ। ਕੁੜੀ ਨੂੰ ਗੋਦੀ ਚੁੱਕ ਕੇ ਚੁੱਲ੍ਹੇ ਦੇ ਕੰਮ ਆ ਲੱਗਦੀ। ਮੰਜਿਆਂ ਉੱਤੇ ਪਏ ਗੋਰੇ ਹੋਰਾਂ ਨੂੰ ਆਪਣੀ ਮਾਂ ਦੇ ਕੌੜੇ ਕੜਵੇ ਬੋਲ ਸੁਣਦੇ। ਖੋਟੀ ਕਿਸਮਤ ਵਾਲੀ, ਫੇਰ ਤਾਂ ਸਾਰੀ ਉਮਰ ਦਸੌਂਟੇ ਭੁਗਤਣੇ ਹੀ ਐ, ਹੁਣ ਆਰਾਮ ਨਹੀਂ ਕਰਿਆ ਜਾਂਦਾ। ਅਜੇ ਉਹ ਚਾਹ ਹੀ ਬਣਾ ਕੇ ਹਟੀ ਹੁੰਦੀ, ਗੋਰੇ ਹੋਰੀ ਉੱਠ ਖਲੋਂਦੇ। ਜੋਗਿੰਦਰ ਨੇ ਹਲ ਜੋੜਨਾ ਹੁੰਦਾ, ਉਹ ਸਾਜਰੇ ਖੇਤ ਨੂੰ ਤੁਰ ਜਾਂਦਾ। ਜੇ ਕੋਈ ਹੋਰ ਕੰਮ ਹੁੰਦਾ ਤਦ ਪਸ਼ੂਆਂ ਨੂੰ ਪੱਠੇ ਉਹ ਪਾ ਦਿੰਦਾ। ਇੰਨੇ ਚਿਰ ਨੂੰ ਉਹ ਘਰ ਦਾ ਨਿੱਕਾ ਮੋਟਾ ਕੰਮ ਕਰਦੀ, ਨਾਲ ਦੀ ਨਾਲ ਗੋਰੇ ਅਤੇ ਕੱਦੂ ਨੂੰ ਸਕੂਲ ਜਾਣ ਲਈ ਲਲਕਾਰੇ ਮਾਰਦੀ। ਪਰ ਉਹ ਐਸੇ ਪੁੱਠੇ ਗਿੱਝੇ ਸਨ ਕਿ ਬਾਹਰ ਜੰਗਲ ਪਾਣੀ ਗਏ ਹੀ ਮੁੜ ਕੇ ਨਾ ਆਉਂਦੇ। ਤੇ ਫਿਰ ਬਿਨਾਂ ਮੂੰਹ ਹੱਥ ਧੋਤੇ ਹੀ ਗੋਰਾ ਆਪਣੀ ਕਈ ਦਿਨਾਂ ਦੀ ਕੀਚ ਕਰੋਲੇ ਵਾਂਗ ਲਿਖੀ ਫੱਟੀ ਚੁੱਕਦਾ। ਛੋਟਾ ਕੱਦੂ ਇੱਕ ਹੱਥ ਨਾਲ ਆਪਣੀ ਢਿਲਕਦੀ ਨਿੱਕਰ ਨੂੰ ਸਹਾਰਾ ਦਿੰਦਾ ਤੇ ਦੂਸਰੇ ਹੱਥ ਨਾਲ ਸੱਜੀ ਬਾਂਹ ਹੇਠ ਦਿੱਤੀ ਬੋਰੀ ਨੂੰ ਬੋਚਦਾ। ਨੱਕ 'ਚੋਂ ਗਿੱਠ ਲੰਬੀ ਲਮਕਦੀ ਨਲੀ ਨੂੰ ਸੜਾਕੇ ਮਾਰਦਾ ਸਕੂਲ ਨੂੰ ਤੁਰ ਪੈਂਦਾ। ਮਹਿੰਦਰੋ ਕੰਮ ਕਰਦੀ ਫਿਰਦੀ ਉਹਨਾਂ ਦੇ ਮਗਰ ਹੋਕਰੇ ਮਾਰਦੀ, ਵੇ ਖਾਣ ਗਧਿਓ, ਟੁੱਟੇ ਹੱਥਾਂ ਵਾਲਿਓ, ਮੂੰਹ ਮੱਥਾ ਤਾਂ ਝੁਲਸ ਲਿਆ ਕਰੋ, ਕਿਉਂ ਤੁਸੀਂ ਸੂਰਾਂ ਦੇ ਹਾਲੀ ਸਕੂਲ ਨੂੰ ਭੱਜ ਲੈਂਦੇ ਹੋ। ਗੋਰਾ ਤਾਂ ਸਕੂਲ ਨੂੰ ਉਸੇ ਤਰ੍ਹਾਂ ਲਿਬੜਾਇਆ ਦੌੜ ਜਾਂਦਾ, ਪਰ ਕੱਦੂ ਨੂੰ ਉਹ ਹਥਲਾ ਕੰਮ ਛੱਡ ਕੇ ਧੌਣੋਂ ਫੜ ਲੈਂਦੀ। ਪਹਿਲਾਂ ਉਹਦੇ ਕੋਨੇ ਅਤੇ ਧੂੜ ਅੱਟੇ ਸਿਰ ਵਿੱਚ ਇੱਕ ਟਿਕਾਉਂਦੀ ਤੇ ਉਹ ਲਮਕਦੀ ਨਲੀ ਦਾ ਸੁੜਾਕਾ ਮਾਰਦਾ। ਫੇਰ ਉਹਨੂੰ ਆਪਣੇ ਵੱਲ ਘੜੀਸਦਿਆਂ ਕਹਿੰਦੀ, ਲਿਆ ਓਏ ਫੂਕਾਂ ਤੇਰੀ ਨੀਕਰ ਨੂੰ, ਰੁੜ ਜਾਣਾ, ਧਨੇਸੋ ਜਿਹਾ ਨਾ ਹੋਵੇ ਤਾਂ, ਬੂਥਾ ਦੇਖ ਇਹਨੇ ਕੀ ਬਣਾਇਆ, ਬੱਠਲ ਜੇ ਨੇ। ਗੋਹਾ ਕੂੜਾ ਅਜੇ ਅੱਧਾ ਹੀ ਰੂੜੀ ਉੱਤੇ ਸੁੱਟਿਆ ਹੁੰਦਾ, ਉਦੋਂ ਨੂੰ ਹਾਜ਼ਰੀ ਲਿਜਾਣ ਦਾ ਮੌਕਾ ਹੋ ਜਾਂਦਾ। ਦਬਾ ਦਬ ਵਿੰਗੀਆਂ ਬੌਲੀਆਂ ਥੱਪ ਕੇ ਚਾਹ ਦੀ ਗੜਵੀ ਜਾਂ ਡੋਲਣੇ 'ਚ ਲੱਸੀ ਪਾ ਕੇ ਖੇਤ ਨੂੰ ਵਾਹੋ-ਦਾਹੀ ਹੋ ਲੈਂਦੀ। ਬਹੁਤੀ ਵਾਰ ਗਿੰਦਰ ਲੱਸੀ ਵੇਖ ਕੇ ਕੁਪੱਤ ਕਰਦਾ, ਇਸੇ ਕਰਕੇ ਚਾਹ ਹੀ ਕਰਨੀ ਪੈਂਦੀ। ਇਸ ਵਕਤ ਜੇ ਕੁੜੀ ਸੁੱਤੀ ਹੁੰਦੀ ਤਾਂ ਉਸੇ ਤਰ੍ਹਾਂ ਬਾਹਰੋਂ ਜਿੰਦਾ ਲਾ ਕੇ ਤੁਰ ਜਾਂਦੀ, ਪਰ ਆਉਂਦੀ ਨੂੰ ਕੁੜੀ ਡਾਡਾ ਮਾਰਦੀ ਤਖਤਿਆਂ ਨਾਲ ਚਿੰਬੜੀ ਇੱਕੋ ਗੱਲ ਉੱਤੇ ਦੱਬ ਦੇਈ ਜਾਂਦੀ, ਹਾਏ ਬੀਬੀ, ਹਾਏ ਬੀਬੀ। ਜੇ ਰੋਟੀ ਲਿਜਾਣ ਵੇਲੇ ਕੁੜੀ ਨੂੰ ਗੋਦੀ ਚੁੱਕਦੀ ਤਾਂ ਕਦੇ ਉਧਰਲੀ ਢਾਕ ਤੇ ਕਦੇ ਉਧਰਲੀ ਢਾਕ ਤੇ ਬਦਲਦੀ, ਉਹਨੂੰ ਫਿਟਕਾਰਾਂ ਪਾਉਂਦੀ। ਬੋਝਲ ਸਰੀਰ ਨੂੰ ਘੜੀਸਦਿਆਂ ਵਾਂਗ ਖੇਤ ਪੁੱਜਦੀ। ਖੇਤੋਂ ਮੁੜਨ ਤੱਕ ਸੂਰਜ ਸਿਖਰ ਆ ਜਾਂਦਾ। ਵਿੱਚ ਦੀ 2-3 ਟੋਕਰੇ ਹੋਰ ਬਾਹਰ ਵਗਾਹ ਆਉਂਦੀ। ਪਸ਼ੂਆਂ ਨੂੰ ਪਾਣੀ ਪਿਲਾ ਕੇ ਨਿਆਈ 'ਚ ਬੰਨ੍ਹਦੀ। ਇੰਨੇ ਨੂੰ ਚਾਹ ਦਾ ਮੌਕਾ ਹੋ ਜਾਂਦਾ, ਪਰ ਕੰਮ ਅਜੇ ਅੱਧਿਓਂ ਵੱਧ ਪਿਆ ਹੁੰਦਾ। ਕਈ ਵਾਰ ਤਾਂ ਇਸ ਦਸੌੜ ਵਿੱਚ ਰਾਤ ਦੇ ਵਿਛਾਏ ਬਿਸਤਰੇ
ਚੂੜਿਆਂ ਦੇ ਲਾਲ ਗਦੋਲਿਆਂ ਵਾਂਗ ਅੱਖਾਂ ਵਿੱਚ ਵੱਜਦੇ। ਚਾਹ ਦੇ ਕੇ ਮੁੜਦੀ, ਸਿਰ ਉੱਤੇ ਪੱਠਿਆਂ ਦੀ ਭਰੀ ਚੁੱਕੀ ਆਉਂਦੀ। ਜੇ ਕੁੜੀ ਨਾਲ ਹੁੰਦੀ, ਖੇਤ ਦੀ ਵਾਟ ਉਸ ਲਈ ਮੁਲਤਾਨ ਦਾ ਮਾਰੂਥਲ ਹੋ ਜਾਂਦੀ। ਸਾਰੇ ਰਾਹ ਝੰਗਿਆੜਾ ਮਾਰਦੀ ਕੁੜੀ ਨੂੰ ਗੋਦੀ ਬਦਲਦੀ, ਮਸਾਂ ਘਰ ਆ ਕੇ ਡਿੱਗਦੀ। ਬਿੰਦ ਝੱਟ ਦਮ ਮਾਰ ਕੇ ਫਿਰ ਨਿੱਕਾ ਮੋਟਾ ਕੰਮ ਸਮੇਟਦੀ। ਸਵੇਰ ਦੇ ਗੋਹੇ ਕੂੜੇ ਵਿੱਚੋਂ ਬਚਿਆ ਇੱਕ ਅੱਧਾ ਟੋਕਰਾ ਗੋਰੇ ਹੁਰਾਂ ਦੇ ਸਕੂਲੋਂ ਮੁੜ ਕੇ ਆਉਣ ਤੇ ਸਿੱਟ ਕੇ ਆਉਂਦੀ। ਫੇਰ ਉਹਨਾਂ ਨੂੰ ਪੱਠੇ ਕੁਤਰਨ ਲਾਉਂਦੀ। ਜੇ ਮਸ਼ੀਨ ਫੇਰਨ ਲੱਗਦੀ ਤਾਂ ਨਿਆਣਿਆਂ ਤੋਂ ਚੱਜ ਨਾਲ ਰੁੱਗ ਨਾ ਲੱਗਦੇ। ਜੇ ਰੁੱਗ ਧਰਨ ਲੱਗਦੀ ਤਾਂ ਸ਼ੋਰਾਂ ਤੋਂ ਚੱਜ ਨਾਲ ਮਸ਼ੀਨ ਨਾ ਗਿੜਦੀ। ਸਾਹੋ ਸਾਹ ਹੋਈ ਕਦੇ ਰੁੱਗਾਂ ਵੱਲ ਤੇ ਕਦੇ ਚੱਕਰ ਵੱਲ। ਇਹੋ ਜਿਹਾ ਘਰ ਅਤੇ ਘਰ ਵਾਲਾ ਸਹੇੜਨ ਵਾਲਿਆਂ ਨੂੰ ਮੂੰਹ ਆਇਆ ਮੰਦਾ ਫਿੱਕਾ ਕਹਿੰਦੀ। ਪਰ ਅੱਜ ਗੋਰਾ ਸਕੂਲੋਂ ਆਉਣ ਸਾਰ ਰੋਟੀ ਚਾਹ ਪੀ ਕੇ ਅੱਖ ਬਚਾ ਕੇ ਬਾਹਰ ਦੌੜ ਗਿਆ। ਉਸਨੇ ਭੱਜੇ ਜਾਂਦੇ ਗੋਰੇ ਨੂੰ ਬਥੇਰੀਆਂ ਗਾਲਾਂ ਦਿੱਤੀਆਂ, ਪਰ ਉਹਨੇ ਇੱਕ ਨਾ ਸੁਣੀ। ਮਹਿੰਦਰੋਂ ਨੇ ਥੋੜਾ ਬਹੁਤਾ ਕੰਮ ਨਿਬੇੜਨ ਲਈ ਕੁੜੀ ਬਿੰਦ ਝੱਟ ਛੋਟੇ ਮੁੰਡੇ ਕੱਦੂ ਨੂੰ ਫੜਾ ਦਿੱਤੀ। ਉਹ ਵੀ ਰੀ ਕਰਦਾ ਸੀ। 6 ਕੁ ਵਰਿਆਂ ਦਾ ਹੋਣ ਕਰਕੇ ਉਸ ਤੋਂ ਕੁੜੀ ਸਾਂਭੀ ਨਹੀਂ ਸੀ ਜਾਂਦੀ। ਉਸ ਤੋਂ ਤਾਂ ਆਪਣੀ ਨਿੱਕਰ ਦਾ ਨਾਲਾ ਨਾ ਕੱਸਿਆ ਜਾਂਦਾ। ਸਰੀਰ ਗੁੰਮਸੁੰਮ ਹੋਣ ਕਾਰਨ ਉਹ ਆਪਣੀ ਨਿੱਕਰ ਵਿੱਚ ਹੀ ਉਲਝਿਆ ਰਹਿੰਦਾ। ਕੁੜੀ ਨੂੰ ਖੱਬੇ ਸੱਜੇ ਮੋਢੇ ਪਲਟਦਾ, ਨਾਲ ਦੀ ਨਾਲ ਨੱਕ ਦਾ ਸੁੜਕਾ ਮਾਰ ਰਹੀ ਜਾਂਦਾ ਸੀ। ਨਿਆਣੀ ਉਹਦੇ ਹੱਥ 'ਚ ਮਧੋਲੀ ਗਈ। ਇੱਕ ਵਾਰ ਥੱਲੇ ਡਿੱਗ ਪਈ। ਕੁੜੀ ਡਿੱਗਦਿਆਂ ਸਾਰ ਚੀਕਾਂ ਮਾਰਨ ਲੱਗ ਪਈ। ਪਹਿਲਾਂ ਉਸ ਲਮਕਦੀ ਨਲੀ ਨੂੰ ਸੜਾਕਾ ਮਾਰਿਆ, ਫੇਰ ਛੇਤੀ ਦੇ ਕੇ ਚਿੱਤੜਾਂ ਤੋਂ ਖਿਸਕਦੀ ਨੀਕਰ ਨੂੰ ਉਤਾਂਹ ਖਿੱਚਿਆ ਤੇ ਮਗਰੋਂ ਲੱਤਾਂ ਬਾਹਾਂ ਰੇਤੇ ਵਿੱਚ ਘਸਾ ਰਹੀ ਕੁੜੀ ਨੂੰ ਹੱਥ ਪਾਏ ਤਾਂ ਉਹ ਭੁੰਜੇ ਪਈ ਹੀ ਸੁੰਡੀ ਵਾਂਗ ਵੱਟ ਖਾਈ ਜਾਂਦੀ ਸੀ। ਨੀ ਬੀਬੀਏ, ਜਦੋਂ ਉਹਨੇ ਖੜਾ ਹੋ ਕੇ ਅੰਦਰ ਚੁੱਲ੍ਹੇ ਵੱਲ ਆਵਾਜ਼ ਮਾਰੀ, ਅੰਦਰੋਂ ਖੜਕੇ ਦੜਕੇ ਵਿੱਚ ਤਾਂ ਉਸਦੀ ਬੀਬੀ ਨੇ ਘੇਸਲ ਵਿੱਚ ਨਾ ਸੁਣੀ। ਉਹ ਹੋਰ ਉੱਚੀ ਰੋਣ ਵਰਗੀ ਆਵਾਜ਼ 'ਚ ਲੇਰ ਜਿਹੀ ਮਾਰੀ, ਬੀਬੀਏ ਕੁਲੀ ਤਾਂ ਲੋਈ ਜਾਂਦੀ ਐ। ਤੁਹਾਨੂੰ ਲੱਗ ਜੇ ਤੁਹਾਨੂੰ ਅੱਗ ਇਹੋ ਜਿਹਿਆਂ ਨੂੰ। ਥਾਂ ਥਾਂ ਸੰਭਰਨਾ ਛੱਡ ਕੇ ਬੀਹੀ ਵਾਲੇ ਬੂਹੇ ਵੱਲ ਆਉਂਦਿਆਂ ਉਹ ਮੱਚਦਿਆਂ ਕਿਹਾ, ਕੀ ਹੁੰਦਾ? ਕੋੜਾ ਖਾਨ ਸੂਰਾ ਜਿਹਾ। ਕੁੜੀ ਚੱਕ ਕੇ ਉਹਦੀ ਪਿੱਠ ਤੋਂ ਘੱਟਾ ਝਾੜਦੀ ਨੇ ਫੇਰ ਹਰਖਵੀਂ ਆਵਾਜ਼ 'ਚ ਕਿਹਾ, ਸਤੌਲੇ ਖਾਣ ਤੇ ਹੀ ਦੱਬ ਐ। ਬਿੰਦ ਕੁੜੀ ਨਹੀਂ ਖਿਡਾ ਹੁੰਦੀ। ਜਦੋਂ ਉਹ ਉਹਦੇ ਮਾਰਨ ਆਲੀ ਉਹ ਪਰਾਂ ਖਿਸਕ ਗਿਆ। ਫੇਰ ਨਿਆਣਿਆਂ ਦੇ ਝੁੰਡ ਵਿੱਚ ਖੇਡਦੇ ਗੋਰੇ ਨੂੰ 2-4 ਕਹੀਆਂ ਉਹ ਅੱਗੋਂ ਮੋਢੇ ਮਾਰਨ ਲੱਗ ਪਿਆ। ਬੀਬੀ ਦੇਖ ਤਿਵੇਂ ਮੋਦੇ ਮਾਲਦਾ। ਕੱਦੂ ਨੇ ਰੇਤੇ ਦੀਆਂ ਢੇਰੀਆਂ ਬਣਾਉਂਦੇ ਨੇ ਕਿਹਾ, ਕੋਈ ਨਾ ਦੇਖੀ ਤਾਂ ਸਹੀ, ਇਹਦਾ ਤਾਂ ਜੀ ਜਾਣੂ। ਬਿੰਦ ਠਹਿਰ ਕੇ ਫੇਰ ਉਹ ਕੱਦੂ ਵੱਲ ਕੁੜੀ ਉਲਾਰਦਿਆਂ ਕਿਹਾ, ਲੈ ਵੇ ਹੁਣ ਟਿਕੀ ਹੋਈ ਐ, ਕਰ ਗਈ ਚੁੱਪ। ਬਿੰਦ ਖੇਡੇ ਪਾ ਇੱਥੇ। ਮੈਂ ਤੀ ਤਲਾਂ, ਮੈਥੋਂ ਤਾਂ ਇਹ ਵਿਲਦੀ ਹੀ ਨਹੀਂ। ਵਿਰਜੂ ਆਪਣੀ ਕੁੜਤੀ ਦੇ ਗਲਾਮੇ ਨਾਲ ਚਿੰਬੜੀ ਕੁੜੀ ਨੂੰ ਤੋੜ ਕੇ ਉਸ ਕੱਦੂ ਨੂੰ ਫੜਾਇਆ। ਫੇਰ ਡੁਸਕਦੀ ਕੁੜੀ ਵੱਲ ਵੇਂਦਿਆਂ ਆਖਿਆ, ਖੇਡ ਪੈ ਜਾ ਬਿੰਦ ਭਰਾਵਾਂ ਪਿੱਟੀਏ। ਆਥਣੇ ਆਊ ਤੁਹਾਡਾ ਪਤੰਦਰ ਅੱਗ ਵਾਂਗੂ ਮੱਚਦਾ। ਫੇਰ ਤਾਂ ਜੀਓ ਜੀ ਮੂੰਹ 'ਚ ਮਿੱਟੀ ਪਾਲੋਗੇ। ਪਰ ਕੁੜੀ ਅੰਦਰ ਵੱਲ ਮੁੜਦੀ ਮਹਿੰਦਰੋਂ ਵੱਲ ਬਾਹਾਂ ਚੁੱਕ ਹੇਂ ਕਰ ਰਹੀ ਸੀ। ਮਹਿੰਦਰੋਂ ਨੇ ਮੋਹ ਭਿੱਜੇ ਬੋਲ ਨੂੰ ਰਤਾ ਕਰਾਰ ਲਿਆਉਂਦਿਆਂ ਕਿਹਾ, ਦੇਖ ਕਿਵੇਂ ਘੋੜੇ ਵਾਂਗੂ ਹਿਣਕਦੀ ਐ। ਜਿਉਂ ਹੀ ਉਹ ਅੰਦਰ ਵੜੀ ਤਾਂ ਪੱਠੇ ਕੁਤਰਨ ਵਾਲੇ ਪਏ ਵੇਖ ਕੇ ਫੇਰ ਬਾਹਰ ਆ ਗਈ। ਉਸਨੇ 1-2 ਆਵਾਜ਼ਾਂ ਗੋਰੇ ਨੂੰ ਮਾਰੀਆਂ, ਪਰ ਉਸ ਕੰਨ ਮੁੱਢ ਮਾਰ ਛੱਡਿਆ। ਫੇਰ ਉਹ ਉਸੇ ਤਰ੍ਹਾਂ ਗਾਲਾਂ ਦਿੰਦੀ ਖੇਡਦੇ ਨਿਆਣਿਆਂ ਵੱਲ ਗਈ। ਗੋਰਾ ਮੋਢੇ ਚੜਾਉਂਦਾ, ਮਿੱਟੀ 'ਚ ਪੈਰ ਘਸਾਉਂਦਾ, ਪਰ ਇਹਨੂੰ ਨੱਠ ਗਿਆ। ਅੱਕ ਕੇ ਘਰ ਮੁੜ ਆਈ। ਉਦੋਂ ਗੁਆਂਢਣ ਫੌਜਣ ਦਾ ਮੁੰਡਾ ਸ਼ਾਰਜੈਂਟ, ਜਿਸ ਨੂੰ ਬੱਚੇ ਸੁਖਾਲੀ ਤਰ੍ਹਾਂ ਛਲਜੈਂਟ ਹੀ ਆਖਦੇ ਸਨ, ਇਹ ਕਹਿਣ ਲੱਗ ਪਿਆ, ਓਏ ਗੋਰੇ ਦੀ ਬੀਬੀ ਮੈਂਸ ਵਾਂਗੂ ਤੁਰਦੀ ਐ। ਜਦੋਂ ਉਸ ਆਪਣੇ ਸੋਹਣੇ ਮੂੰਹ ਤੇ ਡੇਲਿਆਂ ਵਰਗੀਆਂ ਕਵਰੀਆਂ ਅੱਖਾਂ ਨਚਾਈਆਂ ਤਾਂ ਦੂਸਰੇ ਬੱਚੇ ਤਿੜ ਕਰਕੇ ਹੱਸ ਪਏ। ਸ਼ਾਰਜੈਂਟ ਨੇ ਪਰੇ ਖਲੋਤੇ ਗੋਰੇ ਵੱਲ ਵੇਖਿਆ, ਜਿਹੜਾ ਲੱਤਾਂ ਬਾਹਾਂ ਛੰਡ ਰਿਹਾ ਸੀ ਜਿਵੇਂ ਮੱਖ ਲੜਦੀ ਹੋਵੇ। ਉਹ ਫੇਰ ਤੁੜਕਿਆ, ਓਏ ਸੱਚੀ ਸੂਣ ਵਾਲੀ ਮੈਂ ਵਾਂਗੂ ਤੁਰਦੀ ਐ। ਵੱਡਾ ਸਾਰਾ ਤਾਂ ਢਿੱਡ ਐ, ਢਿੱਡਲ ਜੀ ਤਾਂ ਹੈਗੀ ਐ। ਮਲਾਗਰ ਦੇ ਭਤੀਜੇ ਮੈਂਟੂ ਨੇ ਬੁੱਲਾਂ ਨੂੰ ਬਣਾ ਸੰਵਾਰ ਕੇ ਮੀਚਦਿਆਂ ਕਿਹਾ ਤੇ ਫਿਰ ਥੁੱਕਿਆ, ਕੀ ਐ ਬਈ ਸੂਣ ਵਾਲੀ ਹੋਈ ਹੋਵੇ। ਨਿਆਣੇ ਫੇਰ ਹੱਸ ਪਏ।
ਉਹ ਅੱਜ ਸਾਰੇ ਹਾਸੜ ਵਿੱਚ ਹੀ ਸਨ। 5-7 ਘਰ ਛੱਡ ਕੇ ਖੱਬੀ ਬੀਹੀ ਉੱਤੇ ਰਹਿੰਦੇ ਟਾਹਲੀਆਂ ਵਾਲੇ ਸਾਧੂ ਦੇ ਵੱਡੇ ਮੁੰਡੇ ਮੀਤੇ ਨੇ ਆਪਣੇ ਵੱਲ ਆ ਰਹੇ ਗੋਰੇ ਵੱਲ ਇਉਂ ਲੱਤਾਂ ਜਿਹੀਆਂ ਖਿਲਾਰ ਕੇ ਮੂੰਹ ਖੋਲ੍ਹਿਆ ਜਿਵੇਂ ਪਸ਼ੂ ਗਾਰ ਵਿੱਚ ਲਿਟਦਾ ਹੋਵੇ। ਓਏ ਗੋਰਿਆ ਓਏ, ਛਲਮੈਂਟ ਤੇ ਮੈਂਟੂ ਤੈਨੂੰ। ਫੇਰ ਨਿਆਣਿਆਂ ਵੱਲ ਜੀਭ ਕੱਢ ਕੇ ਝਾਕਿਆ। ਦੱਸ ਦਿਆਂ? ਦੱਸ ਦੇ ਓਏ ਦੱਸ ਦੇ। ਵੱਡਾ ਆਇਆ, ਗੋਰਾ ਜਾਣੀ ਸਾਡੇ ਤੇ ਥਾਣੇਦਾਰ ਲੱਗਿਆ। ਸਾਰਜੈਂਟ ਨੇ ਬੋਲ ਵਿਗਾੜ ਕੇ ਮਿੰਟੂ ਵੱਲ ਮੂੰਹ ਕੀਤਾ। ਹੈ ਕਿ ਨਾ ਬਈ ਮਿੰਟੂ? ਕੀ ਦੱਸੇਗਾ ਤੂੰ ਇਹ ਪੋਪਲਾ ਜਿਹਾ? ਮਿੰਟੂ ਨੇ ਉਸ ਨੂੰ ਹੂਰਾ ਚੁੱਕਿਆ। ਗੋਰੇ ਨੇ ਸਾਧੂ ਦੇ ਮੁੰਡੇ ਦੀ ਗੱਲ ਸੁਣ ਲਈ ਸੀ। ਉਸ ਨੇੜੇ ਆ ਕੇ ਸਿਆਣਾ ਬਿਆਣਾ ਬਣਦਿਆਂ ਰੋਹਬ ਨਾਲ ਪੁੱਛਿਆ, ਕੀ ਕਹਿੰਦੇ ਸੀ ਇਹ? ਸਾਧੂ ਦੇ ਮੁੰਡੇ ਤੋਂ ਪਹਿਲਾਂ ਹੀ ਸਾਰਜੈਂਟ ਬੋਲ ਉੱਠਿਆ, ਗੋਰਿਆ ਇਹੀ ਕਹਿੰਦੇ ਸੀ ਵੀ ਤੇਰੀ ਬੀਬੀ ਸੂਣ ਵਾਲੀ ਮੈਸ ਹੈ। ਕਦੋਂ ਓਏ? ਸਾਧੂ ਦਾ ਮੁੰਡਾ ਭਮੱਤਰ ਗਿਆ। ਮੈਂ ਕਦੋਂ? ਇਹੀ ਆਂਦੇ ਸੀ। ਇਹਨੇ ਹੀ ਆਖਿਆ ਗੋਰਿਆ। ਮਿੰਟੂ ਨੇ ਵੀ ਧੂੜ 'ਚ ਟੱਟੂ ਰਲਾ ਦਿੱਤਾ। ਸਾਧੂ ਦਾ ਮੁੰਡਾ ਇਸ ਰਾਠ ਰੌਲੇ ਵਿੱਚ ਆਪਣੀ ਸਫਾਈ ਨਾ ਪੇਸ਼ ਕਰ ਸਕਿਆ। ਤੇਰੀ ਉਹ ਮਾਂ ਦੀ, ਕਹਿ ਕੇ ਗੋਰਾ ਸਾਧੂ ਦੇ ਮੁੰਡੇ ਨੂੰ ਚਿੰਬੜ ਗਿਆ। ਸਾਧੂ ਦਾ ਮੁੰਡਾ ਅੱਗੋਂ ਬਾਂਹ ਡਾਹ ਕੇ ਸਿਰ ਦਾ ਬਚਾਅ ਕਰਦਾ ਨਾਲ ਦੀ ਨਾਲ ਤੇਰੀ ਭੈਣ ਦੀ ਇਹਨੇ ਆਖਿਆ। ਪਰ ਗੋਰੇ ਨੇ ਤੱਤੇ ਤਾਂ ਸਾਧੂ ਦੇ ਮੁੰਡੇ ਨੂੰ ਮਿੱਟੀ 'ਚ ਚੰਗਾ ਮਧੋਲਿਆ। ਉਸ ਦਾ ਕਈ ਥਾਂ ਤੋਂ ਝੱਗਾ ਪਾਟ ਗਿਆ। ਸਾਧੂ ਦਾ ਛੋਟਾ ਮੁੰਡਾ ਆਪਣੇ ਭਰਾ ਦੀ ਹਮਾਇਤ ਕਰਾਉਣ ਲੱਗਿਆ ਤਾਂ ਸਾਰਜੈਂਟ ਤੇ ਮਿੰਟੂ ਨੇ ਉਹਨੂੰ ਲੱਤਾਂ ਤੋਂ ਫੜ ਕੇ ਘੜੀਸ ਲਿਆ। ਇੰਨੇ ਨੂੰ ਸਾਧੂ ਦੀ ਤੀਵੀਂ ਨਿਆਣਿਆਂ ਦਾ ਰੌਲਾ ਸੁਣ ਕੇ ਬਾਹਰ ਨਿਕਲੀ। ਅਲੀ ਅਲੀ ਕਰਦਿਆਂ ਉਹਨੇ ਬਿਨ ਪੁੱਛਿਆਂ ਹੀ ਗੋਰੇ ਦੀ ਧੌਣ ਵਿੱਚ 2-3 ਜੜੀਆਂ। ਗੋਰੇ ਨੇ ਚੰਗਿਆੜੇ ਵਾਂਗ ਪਰੇ ਹੁੰਦਿਆਂ ਟੱਲੀ ਵਰਗੀ ਆਵਾਜ਼ 'ਚ ਕਿਹਾ, ਪਹਿਲਾਂ ਪੁੱਛ ਤਾਂ ਲੈ ਇਹਨੂੰ, ਇਹ ਕੀ ਕਹਿੰਦਾ ਮੈਨੂੰ? ਕਹਿੰਦਾ ਤੈਨੂੰ ਵੱਡੇ ਲਾਟ ਨੂੰ। ਨਾਸਾਂ ਫਲਾਉਂਦਿਆਂ ਸਾਧੂ ਦੀ ਤੀਵੀਂ ਗੱਜੀ। ਉਹ ਬੀਹੀ 'ਚ ਖੜੋਤਿਆਂ ਹੀ ਆਲੇ ਦੁਆਲੇ ਦੇ ਲੋਕਾਂ ਨੂੰ ਬਾਹਾਂ ਮਾਰ-ਮਾਰ ਇਕੱਠੇ ਕਰਦਿਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹੈਂ ਕਿਵੇਂ ਝੋਟੇ ਵਾਂਗੂ ਢਾਈ ਬੈਠਾ ਸੀ? ਘਰੇ ਹੀ ਗਿੱਝਿਆ ਹੋਵੇਂਗਾ। ਮੈਂ ਤਾਂ ਜੁੰਡੇ ਜੇ ਪੱਟ ਕੇ ਹੱਥ 'ਚ ਫੜਾ ਦੂੰ। ਕਿਵੇਂ ਕੁੜੇ? ਉਸ ਦਾ ਸਾਹ ਚੜ੍ਹ ਗਿਆ ਸੀ। ਫੜਾ ਦੂ ਬਈ, ਪਹਿਲਾਂ ਪੁੱਛ ਤਾਂ ਲੈ ਇਹਨੂੰ ਪਤੰਦਰ ਨੂੰ। ਜਦੋਂ ਗੋਰੇ ਨੇ ਭਮੱਤਰਦਿਆਂ ਪਤੰਦਰ ਕਿਹਾ ਤਾਂ ਉਹ ਉਸ ਨੂੰ ਫੇਰ ਬਘਿਆੜੀ ਵਾਂਗ ਚਾਰੇ ਖੁਰ ਚੁੱਕ ਕੇ ਪੈ ਗਈ। ਪਤੰਦਰ ਹੋ ਤੇਰਾ, ਨਾਲੇ ਤੇਰੀ ਮਾਂ ਦਾ। ਗਿੱਠ ਗਿੱਠ ਦੀ ਜ਼ੁਬਾਨ ਲੱਗੀ ਐ। ਉਰੇ ਹੋ, ਮਾਰ ਮਾਰ ਚਪੇੜਾਂ ਭੰਨਾ ਤੇਰਾ ਮੂੰਹ, ਜਿਹੜਾ ਬਰਾਸ਼ਾਂ ਤਾਈਂ ਪਾਟਿਆ। ਮਾਰ ਕੇ ਵਿਖਾ ਤੂੰ। ਗੋਰਾ ਚਿਪਿਆ ਨਹੀਂ। ਤੇ ਫੇਰ ਇਸ ਪੈਂਦੀ ਕੜਮੱਸ ਵਿੱਚ ਮਹਿੰਦਰੋਂ ਕੁੜੀ ਚੁੱਕੀ ਬਾਹਰ ਨਿਕਲੀ। ਸਾਧੂ ਦੀ ਤੀਵੀਂ ਉਵੇਂ ਬਾਹਾਂ ਮਾਰਦੀ ਤੇ ਗੱਜਦੀ ਉਹਦੇ ਵੱਲ ਗਈ। ਉਸ ਕੋਲ ਇੱਕ ਦੂ ਵਾਢਿਓਂ ਸਾਰੀ ਕਹਾਣੀ ਦੱਸਦਿਆਂ ਉਸ 2-4 ਹੋਰ ਗੁਆਂਢੀ ਵੀ ਸੱਦ ਲਏ। ਗੋਰੇ ਦੀ ਬੀਬੀ ਪਹਿਲਾਂ ਤਪੀ ਪਈ ਸੀ। ਉਸ ਗੜਕਵੀਂ ਆਵਾਜ਼ ਵਿੱਚ ਗੋਰੇ ਨੂੰ 2-4 ਕੌੜੀਆਂ ਕਸੈਲੀਆਂ ਆਖੀਆਂ ਤੇ ਫੇਰ ਜਦੋਂ ਸਾਧੂ ਦੀ ਤੀਵੀਂ ਫੂਸ ਦੀ ਅੱਗ ਵਾਂਗ ਛੱਤਣੀ ਚੜ੍ਹਦੀ ਗਈ, ਬਾਰ-ਬਾਰ ਇਸੇ ਗੱਲ ਤੇ ਡੰਡ ਪਾਉਣ ਲੱਗੀ, ਅਸੀਂ ਮਸਾਂ ਵੇਖਿਆ ਤਾਂ ਪਹਿਲਾਂ ਹੀ ਤਪੀ ਮਹਿੰਦਰੋਂ ਨੇ ਇੰਨਾ ਕੁ ਕਹਿ ਦਿੱਤਾ, ਕੁੜੇ ਜੇ ਤੁਸੀਂ ਮਸਾਂ ਵੇਖਿਆ ਅਸੀਂ ਸਿੱਟੇ ਤਾਂ ਨਹੀਂ। ਵੀਰ ਪੁੱਤ ਤਾਂ ਸਾਰੇ ਜੱਗ ਨੂੰ ਇੱਕੋ ਜਿਹੇ ਪਿਆਰੇ ਐ। ਕੀ ਹੋ ਗਿਆ ਜੇ ਖੇਡਦੇ ਜਵਾਕ ਲੜ ਪਏ ਤਾਂ? ਤੇਰੇ ਭਾ ਦੀ ਨਹੀਂ ਕੁਛ ਹੋਇਆ ਹੋਣਾ। ਨਹੀਂ ਉੱਤੋਂ ਤਾਂ ਮੈਂ ਆ ਕੇ ਲਾਇਆ ਹੈ, ਯੱਦੀ ਹੋਈ ਐ ਇੱਕੋ ਜਿਹਿਆਂ ਦੀ। ਰਗਾਂ ਤਾਂ ਮੈਂ ਛੁਡਾਈਆਂ ਆ ਕੇ, ਜੇ ਮੁੰਡਾ ਮਰ ਜਾਂਦਾ। ਮਹਿੰਦਰੋਂ ਨੇ ਉਸ ਨੂੰ ਇੱਕੇ ਸਾਹੇ ਤਵਿਆਂ ਵਾਲੀ ਮਸ਼ੀਨ ਵਾਂਗ ਬੋਲਦੀ ਨੂੰ ਅਣਗੌਲਦਿਆਂ ਇੰਨੀ ਕੁ ਫੇਰ ਆਖੀ, ਭੈਣੇ ਮੈਥੋਂ ਤਾਂ ਚੁੰਨੀ ਚੁੱਕ ਕੇ ਲੋਕਣੀਆਂ ਵਾਂਗੂ ਲੜਿਆ ਨਹੀਂ ਜਾਂਦਾ। ਜਵਾਕਾਂ ਦਾ ਕੀ ਹੈ, ਇਹ ਤਾਂ ਲੜ ਭਿੜ ਕੇ ਬਿੰਦ 'ਚ ਉਹੋ ਜਿਹੇ ਹੋ ਜਾਂਦੇ ਆ। ਤੂੰ ਕਿਉਂ ਲੜੇ? ਸਾਧੂ ਦੀ ਤੀਵੀਂ ਉਹਦੇ ਵੱਲ ਬਾਂਹ ਉਲਾਰ ਕੇ ਆਈ। ਤੇਰਾ ਮੁੰਡਾ ਤਾਂ ਬਗਾਨੇ ਜਵਾਕਾਂ ਨੂੰ ਫੜ ਕੇ ਕੁੱਟ ਲੈਂਦਾ। ਤੂੰ ਤਾਂ ਚੁੰਨੀ ਚੱਕ ਕੇ ਜਾਂਦੀ ਨਹੀਂ। ਫਿਰ ਮਰਵਾਉਂਦੀਆਂ ਵੀ ਤੇਰੇ ਵਰਗੀਆਂ ਹੁੰਦੀਆਂ, ਬਾਹਲੀਆਂ ਸਿਆਣੀਆਂ। ਜੀ ਤਾਂ ਉਸ ਦਾ ਬਥੇਰਾ ਕਰਦਾ ਸੀ ਕਿ ਸਾਧੂ ਦੀ ਖਲਪਾੜ ਜਿਹੀ ਤੀਵੀਂ ਨੂੰ ਇਸ ਕੌੜੀ ਗੱਲ ਬਦਲੇ ਸਿੱਧੀਆਂ ਸੁਣਾਵੇ, ਪਰ ਹਰ ਵਾਰੀ ਉਹ ਆਪਣਾ ਪਨਾਹ ਵੇਖ ਕੇ ਚੁੱਪ ਕਰ ਜਾਂਦੀ। ਹੁਣ ਵੀ ਉਸ ਨਾਲ ਲੜਨ ਦੀ ਥਾਂ ਗੋਰੇ ਨੂੰ ਘੂਰਨ ਲੱਗ ਪਈ। ਮੈਂ ਆਣੀਆਂ ਭਲੀ ਭੱਤ ਨਾਲ ਇੱਧਰ ਆ ਕੇ ਪੱਠੇ ਕਰਤਾ ਦੇ, ਨਹੀਂ ਤੇਰੇ ਨਾਲ ਅੱਜ ਉਹ ਹੋਊ ਜਿਹੜੀ ਨਾ ਕਿਸੇ ਨਾਲ ਹੋਣੀ ਹੈ ਨਾ ਹੋਈ ਹੈ। ਪਰ ਗੋਰਾ ਫੇਰ ਪਹਿਲਾਂ ਵਾਂਗ ਮੋਢੇ ਮਾਰਨ ਲੱਗ ਪਿਆ ਸੀ। ਔਂਤਾਂ ਦਾ ਕਿਉਂ ਡਹਿ ਡਹਿ ਮਰਦਾ?
ਲੋਕਾਂ ਕੋਲ ਤਾਂ ਬਥੇਰੀ ਜ਼ਮੀਨ ਜਾਇਦਾਦ ਸੜਦੀ ਆ ਮੁਕੱਦਮਿਆਂ ਤੇ ਲਾਉਣ ਨੂੰ। ਤੂੰ ਕਿਹੜੇ ਪਿਓ ਦੇ ਮੁਰੱਬੇ ਨੂੰ ਸੰਨ ਲਾਏਗਾ? ਸਾਡਾ ਨਾਂ ਅੰਤ ਲੈ। ਗੋਰਾ ਚਟਕਾਰੀਆਂ ਮਾਰਦਾ ਤੇ ਮੋਢੇ ਚੜਾਉਂਦਾ ਅਤੇ ਮਿੱਟੀ 'ਚ ਪੈਰ ਘਸਾਉਂਦਾ ਪਿਛਲ ਖੁਰੀ ਪਰਾਂ ਨੂੰ ਭੱਜ ਤੁਰਿਆ। ਉਹਨੂੰ ਇਹ ਵੀ ਪਤਾ ਸੀ ਘਰ ਨਾ ਜਾਣ ਤੇ ਅੱਜ ਉਸ ਦਾ ਢੂਆ ਜ਼ਰੂਰ ਤੱਤਾ ਹੋਵੇਗਾ, ਪਰ ਪਤਾ ਨਹੀਂ ਉਹਦੇ ਮਨ ਵਿੱਚ ਕੀ ਵੜ ਜਾਂਦਾ ਜਦੋਂ ਉਹ ਇਉਂ ਘਰੋਂ ਬਾਹਰ ਭੱਜ ਤੁਰਦਾ। ਫਿਰ ਚਾਹੁਣ ਦੇ ਬਾਵਜੂਦ ਵੀ ਘਰ ਪੈਰ ਨਾ ਪਾਉਂਦਾ। ਮਹਿੰਦਰੋ ਉਹਨੂੰ ਕਈ ਵਾਰ ਸੱਦਣ ਗਈ, ਪਰ ਉਹ ਨਾ ਹੀ ਆਇਆ। ਹਾਰ ਕੇ ਉਸ ਕੁੜੀ ਨੂੰ ਰੋਂਦੀ ਕੁਰਲਾਉਂਦੀ ਨੂੰ ਛੱਡ ਕੇ ਆਪੇ ਰੁੱਗ ਧਰ ਧਰ 2-2.5 ਟੋਕਰੀਆਂ ਕੁਤਰ ਕੇ ਪਸ਼ੂਆਂ ਨੂੰ ਤੂੜੀ ਵਿੱਚ ਰਲਾਈਆਂ। ਉਂਝ ਇੰਨੀ ਦਿਨੀ ਨਿਰੀ ਚਰੀ ਹੀ ਪਾਉਂਦੇ ਸਨ। ਸਵੇਰ ਵਾਲੇ ਗੋਹੇ ਵਿੱਚੋਂ ਅਜੇ ਇੱਕ ਟੋਕਰਾ ਬਾਹਰ ਰੂੜੀ ਉੱਤੇ ਸੁੱਟਣ ਵਾਲਾ ਰਹਿੰਦਾ ਸੀ, ਪਰ ਪਸ਼ੂਆਂ ਨੇ ਕਿੱਲਿਆਂ ਉੱਤੇ ਗੇੜੇ ਦੇ ਹੋਰ ਗੱਡਣ ਕਰ ਦਿੱਤੀ ਸੀ। ਹਨੇਰੇ ਪਏ ਤੋਂ ਗਿੰਦਰ ਖੇਤੋਂ ਚਰੀ ਦੀ ਇੱਕ ਹੋਰ ਭਰੀ ਲੈ ਕੇ ਆਇਆ। ਛੋਟੇ ਕੱਦੂ ਦੇ ਪੱਟਾਂ 'ਚ ਕੁੜੀ ਸੱਪ ਵਾਂਗ ਮੇਲੀ ਜਾਂਦੀ ਸੀ। ਮਹਿੰਦਰੋ ਚੁੱਲ੍ਹੇ ਮੂਹਰੇ ਬੈਠੀ ਕੱਚੀਆਂ ਪਿੱਲੀਆਂ ਰੋਟੀਆਂ ਲਾ ਰਹੀ ਸੀ। ਉਹ ਕਿੱਥੇ ਐ? ਗਲ ਚੜਿਆ ਕੰਮ ਵੇਖ ਕੇ ਗਿੰਦਰ ਨੇ ਹਰਖ ਰੋਕਦਿਆਂ ਪੁੱਛਿਆ। ਉਹ ਫਿਰਦਾ ਪਾ ਲੈ ਸਲਾਮੀ, ਅੱਜ ਦੇਖ ਲੈ ਤੀਏ ਪਹਿਰ ਤੋਂ ਘਰ ਨਹੀਂ ਵੜਿਆ। ਪੱਠੇ ਕੁਤਰਨ ਵਾਲੇ ਪਏ ਐ, ਮੈਂ ਦੱਸ ਕੀ ਕਰਾਂ, ਕਿੱਧਰ ਕਿੱਧਰ ਹੋਵਾਂ। ਨਾ ਬਾਹਰ ਕੀ ਉਹ ਬੇਬੇ ਦੇ ਫੇਰੇ ਦਿੰਦਾ, ਜਾ ਕੇ ਪੁੱਛ ਲੈ ਬੇਬੇ ਦੇ ਦਿੰਦਾ ਹੈ ਕਿ ਅਗਲੀ ਗੱਲੇ ਭੂਆ ਦੇ ਵਾਲੀ। ਉਹ ਰੋਕ ਗਈ। ਜਦੋਂ ਗਿੰਦਰ ਅੱਕਿਆ ਥੱਕਿਆ ਬੋਲਦਾ ਤਾਂ ਹਮੇਸ਼ਾ ਗੱਲ ਇੱਥੋਂ ਹੀ ਸ਼ੁਰੂ ਕਰਦਾ। ਜੇ ਉਹ ਅੱਗੋਂ ਵਾਰ ਉਤਾਰੇ ਲੈਂਦੀ ਤਾਂ ਹਿੱਸੇ ਬਹਿੰਦਾ ਛਾਂਦਾ ਉਹਨੂੰ ਵੀ ਮਿਲ ਜਾਂਦਾ, ਨਹੀਂ ਗਾਲਾਂ ਤਾਂ ਕਿਧਰੇ ਜਾਂਦੀਆਂ ਹੀ ਨਾ। ਹੁਣ ਵੀ ਉਸੇ ਤਰ੍ਹਾਂ ਮਾਵਾਂ ਭੈਣਾਂ ਦੀਆਂ ਗਾਲਾਂ ਉਹਨੂੰ ਅਤੇ ਗੋਰੇ ਨੂੰ ਦਿੰਦਾ ਬਾਹਰ ਬੀਹੀ ਵਿੱਚ ਚਲਾ ਗਿਆ। ਗਲੀ ਵਿੱਚ ਪਤਲੇ ਹਨੇਰੇ ਤੋਂ ਛੁੱਟ ਡਾਲ ਵੀ ਨਹੀਂ ਦਿਸਦਾ ਸੀ। ਛਿਪ ਦੀ ਵੰਨੀ ਵਾਲੇ ਮੋੜ ਉੱਤੇ ਉਸ ਨਿੱਕੇ ਨਿਆਣਿਆਂ ਦਾ ਨਿੰਮਾ ਜਿਹਾ ਰੌਲਾ ਸੁਣਿਆ ਤੇ ਮਗਰੋਂ ਹਾਸੜ। ਉਸ ਪੂਰਾ ਜ਼ੋਰ ਲਾ ਕੇ ਹਾਕ ਮਾਰੀ, ਓਏ ਗੋਰਿਆ ਓਏ। ਮੋੜ ਤੇ ਉਸੇ ਤਰ੍ਹਾਂ ਹਾਸੜ ਮੱਚੀ ਜਾਂਦੀ ਸੀ। ਬਿੰਦ ਕੋ ਹੋਰ ਉਡੀਕਿਆ, 2-3 ਹੋਰ ਆਵਾਜ਼ਾਂ ਮਾਰੀਆਂ, ਮਗਰੋਂ ਸੁੱਤੇ ਸਿੱਧ ਚੜ੍ਹਦੀ ਵੱਲ ਤੁਰ ਪਿਆ। 10 ਕਦਮਾਂ ਫਿਰਨੀ ਵੱਲ ਜਾਂਦੀ ਟੇਢੀ ਬੀਹੀ ਵਿੱਚ ਉਸ ਕਿਸੇ ਨਿਆਣੇ ਦੇ ਪੈਰਾਂ ਦੀ ਦਗੜ ਦਗੜ ਸੁਣੀ। ਬਿਨਾਂ ਸੋਚੇ ਸਮਝੇ ਗਿੰਦਰ ਵੀ ਉਧਰ ਨੂੰ ਨੱਠ ਉੱਠਿਆ। ਵੱਡੀ ਫਿਰਨੀ ਤੋਂ ਉਰੇ ਹੀ ਉਸ ਗੋਰੇ ਨੂੰ ਪਿਛਲੇ ਪਾਸਿਓਂ ਗੁਲਾਮੇ ਤੋਂ ਫੜ ਲਿਆ। ਖਲੋਤਾ ਮਗਰੋਂ ਪਹਿਲਾਂ ਚਪੇੜਾਂ ਮੁੱਕੀਆਂ ਤੇ ਲੱਤਾਂ ਨਾਲ ਉਸ ਨੂੰ ਕੁੱਟਣ ਲੱਗ ਪਿਆ। ਉਸੇ ਤਰ੍ਹਾਂ ਘਸੀਟ ਕੇ ਘਰ ਲਿਆਇਆ ਤਾਂ ਮਹਿੰਦਰੋ ਗੋਰੇ ਨੂੰ ਕੌੜਾ ਫਿੱਕਾ ਆਖ ਰਹੀ ਸੀ। ਫੇਰ ਖਬਰੇ ਗਿੰਦਰ ਨੂੰ ਕੀ ਸੁਦਾ ਕੁੱਦਿਆ। ਉਹ ਪ੍ਰਾਣੀ ਚੁੱਕ ਸਾੜ ਮੁੰਡੇ ਦਾ ਪਿੰਡਾ ਸੂਤ ਸਿੱਟਿਆ। ਗੋਰੇ ਨੇ ਚਾਂਗਰਾ ਮਾਰ ਹਾਲ ਦੁਹਾਈ ਪਾ ਦਿੱਤੀ। ਚੀਕਾਂ ਮਾਰਦਾ ਗੋਰਾ ਆਪਣੀ ਬੀਬੀ ਵੱਲ ਭੱਜਿਆ ਤਾਂ ਮਹਿੰਦਰੋ ਨੇ ਬਿੱਲੀ ਵਾਂਗ ਸਾਹਮਣੇ ਡੁਸਕਦੇ ਅਤੇ ਗਿੰਦਰ ਵੱਲ ਝਾਕਦੇ ਗੋਰੇ ਵੱਲ ਵੇਂਦਿਆਂ ਚਿਲਕਵੀਂ ਆਵਾਜ਼ 'ਚ ਆਖਿਆ, ਹੁਣ ਚੰਗਾ? ਕੁੱਤੇ ਦਾ ਹੱਡ ਨਾ ਹੋਵੇ ਤਾਂ ਮੈਂ ਦੁਪਹਿਰ ਦੀ ਪਿੱਟੀ ਜਾਨੀ ਐ। ਬਈ ਗੋਰਿਆ ਆ ਜਾ ਪੁੱਤ, ਪੱਠੇ ਕਤਰਾ ਦੇ। ਪਰ ਗੋਰਾ ਤਾਂ ਚੜ੍ਹ ਸਮਾਨ ਗਿਆ। ਹੁਣ ਭੱਜ ਕੇ ਵਿਖਾ ਪਤੰਦਰ ਮੂਹਰੇ, ਜੇ ਕੱਚੇ ਨੂੰ ਨਾ ਖਾ ਜੇ। ਹੰਝੂ ਅੱਟੀਆਂ ਅੱਖਾਂ ਨਾਲ ਗੋਰਾ ਆਪਣੇ ਬਾਪੂ ਦੇ ਸੁੱਕੇ ਤਾਂਬੜ ਵਰਗੇ ਸਰੀਰ ਵੱਲ ਵੇਂਦਾ ਡੁਸਕੀ ਜਾਂਦਾ ਸੀ। ਅੱਗੋਂ ਗਿੰਦਰ ਨੇ ਪੱਠੇ ਉਵੇਂ ਸਾਬਤੇ ਪਏ ਵੇਖੇ। ਉਸ ਕਚੀਚੀ ਵੱਟਦਿਆਂ ਧਾ ਕੇ ਮੁੰਡੇ ਦੇ ਇੱਕ ਹੋਰ ਪ੍ਰਾਣੀ ਧਰ ਦਿੱਤੀ। ਗੋਰੇ ਨੇ ਹਾਏ ਓਏ ਮਰ ਗਿਆ ਓਏ ਬਾਪੂ ਆਖਦਿਆਂ ਲੇਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਮਾਰ ਹੀ ਸਿੱਟਣਾ ਤੂੰ। ਮਹਿੰਦਰੋ ਨੇ ਰੋਟੀਆਂ ਰਾੜਨੀਆਂ ਥਾਂ ਛੱਡ ਕੇ ਗੋਰੇ ਨੂੰ ਬੁੱਕਲ 'ਚ ਲੈ ਲਿਆ। ਹੁਣ ਵੜ ਜਾ ਆਪਦੀ ਮਾਂ ਦੀ, ਕਿਉਂ ਭੌਂਕੀ ਜਾਂਦਾ? ਮਹਿੰਦਰੋ ਨੇ ਪ੍ਰਾਣੀ ਹੱਥ 'ਚ ਫੜੀ ਖਲੋਤੇ ਗਿੰਦਰ ਨੂੰ ਜਿਵੇਂ ਝਿੜਕਿਆ, ਪਰ ਉਹ ਅਜੇ ਵੀ ਝਈਆਂ ਭਰ ਰਿਹਾ ਸੀ। ਗੋਰਾ ਅਜੇ ਵੀ ਰੋਈ ਜਾਂਦਾ ਸੀ। ਉਸ ਦੀ ਬੀਬੀ ਅੱਖਾਂ ਭਰ ਕੇ ਕੁਝ ਨਾ ਕੁਝ ਬੋਲੀ ਜਾਂਦੀ ਸੀ। ਉਦੋਂ ਹੀ ਮਲਾਗਰ ਸਿਉਂ ਦਾ ਮੁੰਡਾ ਪਾੜਾ ਬਾਰ ਖੋਲ ਕੇ ਆ ਗਿਆ। ਉਹਦੇ ਗਲ ਨਵੇਂ ਪਾੜੂ ਫੈਸ਼ਨ ਦਾ ਕਮੀਜ਼ ਪਜਾਮਾ ਪਾਇਆ ਹੋਇਆ ਸੀ ਤੇ ਸਿਰ ਨੰਗਾ। ਕੀ ਗੱਲ ਹੈ ਯਾਰ, ਐਨੀ ਕਿਉਂ ਮੁੰਡੇ ਦੀ ਖੱਲ ਉਧੇੜਨ ਲੱਗਿਆ? ਕਰੇ ਕੀ ਯਾਰਾ? ਗਿੰਦਰ ਨੇ ਉਸ ਵੱਲ ਵੇਖਦਿਆਂ ਪ੍ਰਾਣੀ ਖੂੰਜੇ 'ਚ ਸਿੱਟ ਦਿੱਤੀ। ਮੈਂ ਸਵੇਰ ਦਾ ਖੇਤ ਮਰਦਾ ਹਾਂ। ਜਵਾਕ ਖੇਤ ਜਾਵੇ, ਚਾਹ ਰੋਟੀ ਲੈ ਜੇ, ਆਉਂਦਾ ਥੱਬੀ ਪੱਠੇ ਚੁੱਕੀ ਆਵੇ।
ਪਰ ਇਹਨੇ ਮੇਰੇ ਸਾਲੇ ਦੇ ਨੇ ਮੇਰੇ ਹੱਥੋਂ ਮਰਨਾ ਹੈ। ਆਹ ਮਰਨਾ ਹੈ। ਗੋਰੇ ਦੀ ਬੀਬੀ ਨੇ ਛੇਤੀ ਦੇ ਕੇ ਜਿਵੇਂ ਆਪਣੇ ਘਰ ਵਾਲੇ ਨੂੰ ਝਿੜਕਿਆ। ਟੁੱਟ ਜਾਣ ਇਹੋ ਜਿਹੇ ਦੇ ਹੱਥ ਜਿਨ੍ਹਾਂ ਨੂੰ ਘੂਰਨਾ ਹੀ ਨਹੀਂ ਆਉਂਦਾ। ਜਦੋਂ ਘੂਰੂ ਡੰਡਾ ਫੜ ਲੂ। ਫੇਰ ਹੁਬਕੀ ਹੁਬਕੀ ਰੋਂਦੇ ਗੋਰੇ ਨੂੰ ਪਲੋਸਦਿਆਂ ਮੋਹ ਭਿੱਜੀ ਆਵਾਜ਼ ਵਿੱਚ ਆਖਿਆ, ਨਾ ਬਸ ਰੋ ਨਾ, ਮੈਂ ਤੈਨੂੰ ਬਥੇਰਾ ਪਿੱਟਦੀ ਐ ਬਈ ਕਲ ਜੋਗੀਆ, ਨਾ ਤੂੰ ਮੈਨੂੰ ਤਪਾਇਆ ਕਰ। ਪਰ ਕਾਹਨੂੰ? ਮੈਨੂੰ ਤਾਂ ਸਮਝਦਾ ਹੀ ਕੁਛ ਨਹੀਂ। ਜਦੋਂ ਪਤੰਦਰ ਆਉਂਦਾ ਫਿਰ ਪਾਣੀ ਬਣ ਜਾਂਦਾ ਹੈ, ਪਾਣੀ ਨਹੀਂ ਬਣ ਜਾਂਦਾ। ਇੰਨਾ ਨਾ ਕੁੱਟਿਆ ਕਰ, ਬੱਚੇ ਦੇ ਮਨ ਤੇ ਬੁਰਾ ਅਸਰ ਪੈਂਦਾ ਹੈ। ਪਾੜੇ ਨੇ ਆਪਣੀ ਜਾਣੀ ਸਿਆਣੀ ਗੱਲ ਕੀਤੀ। ਕਾਹਨੂੰ ਕੁੱਟੀ ਦਾ ਯਾਰ, ਮੱਲੋ ਮੱਲੀ ਤੱਤ ਚੜਾਉਂਦਾ ਹੈ। ਗਿੰਦਰ ਨੇ ਪਾੜੇ ਨੂੰ ਮੋੜ ਦਿੱਤਾ। ਇਹ ਤਾਂ ਮੇਰਾ ਸਾਲਾ ਆਪਣੇ ਆਪ ਕੁੱਟ ਖਾਂਦਾ ਹੈ, ਨਹੀਂ ਐ ਕਿ ਤੇਰਾ ਸਾਲਾ ਕਿਵੇਂ ਬਣ ਜੂ? ਮਹਿੰਦਰੋਂ ਧਮਕੀ। ਫੇਰ ਗਿੰਦਰ ਮਹਿੰਦਰੋਂ ਨੂੰ ਕੁਦਾੜ ਕੇ ਪੈ ਗਿਆ। ਤੇਰੀ ਪੂਛ ਨੇ ਕੁੱਤੀਏ ਸਿਰ ਚੜਾਇਆ। ਫੇਰ ਖਸਮ ਨਾਲ ਸਮਝਿਆ ਕਰ, ਮੇਰੇ ਕੋਲ ਕਿਉਂ ਬੁੱਕਦੀ ਹੁੰਨੀ ਐ? ਕਿਵੇਂ ਭੈਣ ਦੇਣੇ ਦਾ ਬੁੱਕਲ 'ਚ ਵੜਿਆ ਬੈਠਾ, ਇਹਦਾ ਥਣ ਚੁੰਗ ਲੈ। ਮੈਂ ਤਾਂ ਕੁੱਤੀ ਆਪੇ ਆਂ, ਜਦੋਂ ਥੇ ਹੋਣੇ ਮਾਪਿਆਂ ਨੇ ਫੂਕਤੀ ਇੱਥੇ, ਵਸ ਪਾਤੀ ਤੇਰੇ। ਚੱਲ ਮੈਂ ਤਾਂ ਬਣੀਆਂ ਕੱਟਣ ਨੂੰ ਫਸ ਗਈ ਸੀ, ਇਹਨਾਂ ਦੁਸ਼ਟਾਂ ਨੇ ਕਾਹਨੂੰ ਜੰਮਣਾ ਸੀ ਮੇਰੇ। ਉਹ ਉੱਜੜ ਜਾਣੇ ਚਾਚੇ ਨੂੰ ਮੈਂ ਤਾਂ ਆਣੀ ਐ, ਮੰਗਦੇ ਨੂੰ ਟੁੱਕ ਨਾ ਥਿਆਵੇ। ਮੈਨੂੰ ਫੂਕ ਕੇ ਆਪ ਕਿਹੜਾ ਸੁੱਖ ਸੌਂਗਾ। ਮਹਿੰਦਰੋਂ ਤਪੀ ਹੋਈ ਕਿੰਨਾ ਚਿਰ ਰਿੱਝਦੀ ਰਹੀ। ਗਿੰਦਰ ਮਹਿੰਦਰੋਂ ਵੱਲ ਇੱਕ ਟੱਕ ਵੇਂਦਾ ਰਿਹਾ, ਬੁੜਬੁੜ ਕਰਦਾ ਰਿਹਾ। ਪਾੜੇ ਨੇ ਚੌਂਤਰੇ ਦੇ ਨੇੜੇ ਹੋ ਕੇ ਗੋਰੇ ਨੂੰ ਬਾਹੋਂ ਫੜ ਕੇ ਆਪਣੇ ਕੋਲ ਕਰ ਲਿਆ। ਗੋਰਾ ਆਪਣੇ ਸੱਜੇ ਹੱਥ ਦੀਆਂ ਉਂਗਲਾਂ ਨੂੰ ਖੱਬੇ ਨਾਲ ਫੜੀ ਖਲੋਤਾ ਸੀ। ਤੂੰ ਤਾਂ ਯਾਰ ਮਾਰਨ ਲੱਗਿਆ ਊਂ ਨਹੀਂ ਵੇਖਦਾ। ਪਾੜੇ ਨੇ ਮੁੰਡੇ ਦਾ ਪੰਜਾ ਆਪਣੇ ਹੱਥ 'ਚ ਪਲੋਸਦਿਆਂ ਸਿਆਣਾ ਬਣਦਿਆਂ ਆਖਿਆ, ਦੇਖਾਂ ਤਾਂ ਸੱਟ ਵੱਜੀ ਇਹਦੇ ਤੇ। ਹਾਂ, ਮੁੰਡਾ ਅਜੇ ਵੀ ਡੁਸਕੀ ਜਾਂਦਾ ਸੀ। ਘੂਰਨਾ ਤਾਂ ਊਂ ਨਹੀਂ ਆਉਂਦਾ ਦੁਸ਼ਟੇਵੇ ਨੂੰ। ਫਾੜ ਕਰਦੀ ਰੋਟੀ ਮਹਿੰਦਰੋਂ ਨੇ ਰੋਟੀਆਂ ਦੇ ਤਹੇ ਤੇ ਰੱਖੀ ਤੇ ਫੇਰ ਛੇਤੀ ਦੇ ਕੇ ਉੱਠ ਕੇ ਮੁੰਡੇ ਦਾ ਪੰਜਾ ਆਪਣੇ ਹੱਥ 'ਚ ਫੜ ਲਿਆ। ਇਹ ਪ੍ਰਾਣੀ ਫੜ ਕੇ ਕਸਾਈਆਂ ਵਾਂਗੂ ਡਹਿੰਦਾ, ਫੇਰ ਅੱਗਾ ਪਿੱਛਾ ਕਿਹੜਾ ਵੇਖਦਾ। ਫਿਰ ਵੀ ਜਵਾਕ ਹੈ, ਤੂੰ ਘੂਰ ਲੱਫੜ ਮਾਰ, ਸੋਟੀ ਦਾ ਕੀ ਰਾਹ ਹੈ। ਇਹਨਾਂ ਕੌੜੀਆਂ ਗੱਲਾਂ ਦਾ ਜਵਾਬ ਵੀ ਗਿੰਦਰ ਨੇ ਨਹੀਂ ਦਿੱਤਾ। ਨਹੀਂ, ਉਹ ਅੱਗੇ ਉਹ ਮਹਿੰਦਰੋਂ ਨੂੰ ਮੂੰਹ ਨਹੀਂ ਖੋਲ੍ਹਣ ਦਿੰਦਾ ਸੀ। ਪਾੜੇ ਨੇ ਵੇਖਿਆ ਜਿਵੇਂ ਉਹ ਪੰਜਾ ਘੁੱਟਦੇ ਮੁੰਡੇ ਨੂੰ ਵੇਖ ਕੇ ਸਹਿਮ ਗਿਆ ਸੀ। ਫਿਰ ਉਹ ਗੋਰੇ ਨੂੰ ਉਰੇ ਆ ਓਏ ਕਹਿ ਕੇ ਸੱਦਿਆ। ਮੁੰਡਾ ਡਰਦਾ ਡਰਦਾ ਰੀ ਕਰਦਾ ਪੰਜਾ ਘੁੱਟਦਾ ਉਹਦੇ ਕੋਲ ਆ ਗਿਆ। ਗਿੰਦਰ ਉਹਦਾ ਹੱਥ ਆਪਣੇ ਖਰਵੇ ਜਿਹੇ ਹੱਥ 'ਚ ਲੈਂਦਿਆਂ ਆਪ ਮੁਹਾਰੇ ਹੀ ਬੋਲਣ ਲੱਗ ਪਿਆ, ਸਾਲਿਆ ਤੈਨੂੰ 20 ਵਾਰੀ ਆਖਿਆ ਬਈ ਨਾ ਤੂੰ ਐ ਕਰਿਆ ਕਰ। ਜਦੋਂ ਤੈਨੂੰ ਅਸੀਂ ਕਹਿੰਦੇ ਆ ਬਿੰਦਰ ਕੰਮ ਕਰਾ ਦੇ, ਫੇਰ ਖੇਡ ਲਈ। ਕੋਈ ਨਾ, ਅਜੇ ਨਿਆਣਾ ਹੈ। ਪਾੜੇ ਨੇ ਫੇਰ ਉਹੀ ਗੱਲ ਕੀਤੀ, ਖੇਡਣ ਨੂੰ ਜੀ ਕਰ ਹੀ ਆਉਂਦਾ ਹੈ ਕੀ? 8-9 ਵਰਿਆਂ ਦਾ ਤਾਂ ਮਸਾਂ ਹੋਣਾ, ਪਰ ਤੁਹਾਡਾ ਕਿਹੜਾ ਜੀ ਕਰਦਾ ਬਈ ਜਵਾਕਾਂ ਨੂੰ ਵੰਝ ਤੇ ਟੰਗੋ? ਮਾਰੇ ਤਾਂ ਕਲਾਪਿਆਂ ਨੇ। ਉਹੀ ਤਾਂ ਗੱਲ ਹੈ ਯਾਰ, ਗੋਰੇ ਦੇ ਬਾਪੂ ਦਾ ਜਿਵੇਂ ਦਿਲ ਵੱਧ ਗਿਆ ਸੀ। ਐਂ ਆਪਦੇ ਨਿਆਣਿਆਂ ਦਾ ਵੀ ਕੋਈ ਵੈਰੀ ਹੁੰਦਾ। ਦੇਖ, ਖਾਣ ਪੀਣ ਨੂੰ ਇਹਨਾਂ ਨੂੰ ਨਹੀਂ ਕਦੇ ਹਟਕਿਆ ਹੋੜਿਆ। ਕੱਲ ਤੁਹਾਡੇ ਘਰਦਿਆਂ ਨੇ ਖਰਬੂਜੇ ਲਏ, ਇਹ ਆਂਦੇ ਅਸੀਂ ਵੀ ਲੈਣੇ ਆ। ਮੈਂ ਕਿਹਾ ਲੈ ਲਓ, ਐਂ ਕੁਛ ਲੁਕੋ ਕੇ ਤਾਂ ਨਹੀਂ ਰੱਖੀਦਾ ਇਹਨਾਂ ਤੋਂ। ਪਰ ਇਹ ਸਾਲੇ ਐਸੇ ਵਿਗੜੇ ਐ ਵੀ ਗੱਲਾਂ ਹੀ ਛੱਡ ਦੇ। ਕੋਈ ਨਾ, ਅਜੇ ਬੱਚੇ ਐ। ਪਾੜੇ ਨੇ ਫੇਰ ਕਿਹਾ, ਜਿਵੇਂ ਉਹਨੂੰ ਇਸ ਗੱਲ ਤੋਂ ਬਿਨਾਂ ਕੁਝ ਔੜਦਾ ਹੀ ਨਹੀਂ ਸੀ। ਪੜ੍ਹਨ ਇਹ ਨਹੀਂ ਜਾਂਦੇ, 2 ਸਾਲ ਹੋ ਗਏ, ਤੀਜੀ 'ਚ ਹੀ ਗੇੜੇ ਖਾਈ ਜਾਂਦਾ। ਊੜਾ ਆੜਾ ਆਉਂਦਾ ਨਹੀਂ। ਉਧਰ ਮਾਸਟਰ ਐਡੇ ਕੁੱਤੇ ਦੇ ਸਾਲੇ ਐ, ਡੱਕਾ ਉਹ ਨਹੀਂ ਦਵਾਲ। ਮੈਂ ਤਾਂ ਸੋਚਦਾ ਅਸੀਂ ਤਾਂ ਘੱਟਾ ਛਾਣਦੇ ਹੀ ਆ, ਤੁਸੀਂ ਤਾਂ ਆਪਣੇ ਆਪ ਜੋਗੇ ਹੋ ਜੋ। ਨਹੀਂ, ਇੱਥੇ ਤਾਂ ਵੱਟਾਂ ਹੀ ਖੋਤਣੀਆਂ ਨੇ, ਕਿਹੜਾ 20 ਘੁਮਾ ਆਉਂਦੀ ਐ। ਓਏ ਪੜ੍ਹ ਕੇ ਕਿਹੜਾ ਲੈਫਟੀਨੈਂਟ ਲੱਗ ਜਾਂਦੇ ਐ। ਪਾੜੇ ਨੇ ਆਪਣੀ ਸੁਭਾਵਿਕ ਜਿਹੀ ਆਵਾਜ਼ ਤੋਂ ਇੱਕਦਮ ਵਿਗੜਦਿਆਂ ਕਿਹਾ, ਆਏ ਸਾਲ ਸਕੂਲ ਕਾਲਜ ਲੱਖਾਂ ਦੀ ਗਿਣਤੀ 'ਚ ਪਾਸ ਕਰੀ ਜਾਂਦੇ ਐ, ਰੋਜ਼ਗਾਰ ਦਫ਼ਤਰ 'ਚ ਖਲੋਣ ਨੂੰ ਥਾਂ ਨਹੀਂ ਥਿਆਉਂਦੀ। ਨਿੱਤ ਹੜਤਾਲਾਂ ਮੁਜ਼ਾਹਰੇ ਹੁੰਦੇ ਐ, ਪੜ੍ਹਨ ਨੂੰ ਤਾਂ ਗਲ ਜਾਣੇ ਨੱਕ ਹੀ ਨਹੀਂ ਕਰਦੇ। ਐਤਕੀ ਮਹਿੰਦਰੋਂ ਬੋਲ ਪਈ, ਜੇ 4 ਅੱਖਰ ਪੜ੍ਹੇ ਹੁੰਦੇ
ਮੌਜਾਂ ਨਾ ਕਰਦੇ, ਨਹੀਂ ਆਹ ਦੇਖ ਲੈ, ਸਾਰੀ ਦਿਹਾੜੀ ਔਤ ਨਪੁੱਤਿਆਂ ਦਾ ਗੋਹਾ ਹੀ ਨਹੀਂ ਮੁੱਕਦਾ ਬਈ ਮੁੱਕਦਾ ਹੋਵੇ। ਕਦੇ ਮਹਿੰਦਰੋਂ ਬੋਲਣ ਲੱਗ ਪੈਂਦੀ, ਕਦੇ ਗਿੰਦਰ, ਪਰ ਗੋਰਾ ਅਜੇ ਵੀ ਹੌਂਕੇ ਭਰ ਰਿਹਾ ਸੀ। ਇਸ ਤਰ੍ਹਾਂ ਵਿਦਿਆਰਥੀਓ, ਪਹਿਲੇ ਕਾਂਡ ਵਿੱਚੋਂ ਕੁਝ ਨੁਕਤੇ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿਵੇਂ ਹੇਠਲੇ ਮੱਧ ਵਰਗੀ ਪਰਿਵਾਰ ਆਪਣੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਕਰਕੇ ਚਿੜਚਿੜੇ ਸੁਭਾਅ ਦੇ ਮਾਲਕ ਬਣ ਜਾਂਦੇ ਹਨ। ਆਰਥਿਕ ਕਮਜ਼ੋਰੀ ਬੱਚਿਆਂ ਦਾ ਬਚਪਨ ਖੋਹ ਲੈਂਦੀ ਹੈ। ਔਰਤ ਨੂੰ ਦੂਰੇ ਹਾਸ਼ੀਏ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪਹਿਲਾ ਹਾਸ਼ੀਆ ਗਰੀਬ ਹੋਣ ਦੇ ਰੂਪ ਵਿੱਚ ਅਤੇ ਦੂਸਰਾ ਹਾਸ਼ੀਆ ਔਰਤ ਹੋਣ ਦੇ ਰੂਪ ਵਿੱਚ। ਆਰਥਿਕ ਪੱਖੋਂ ਕਮਜ਼ੋਰ ਮਾਪੇ ਵੀ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹਨ। ਵਿਦਿਆਰਥੀਓ, ਦੂਜੇ ਕਾਂਡ ਦਾ ਆਡੀਓ ਰੂਪ ਜਲਦੀ ਹੀ ਪੇਸ਼ ਕੀਤਾ ਜਾਵੇਗਾ। ਧੰਨਵਾਦ।